राग गौड़ी चेती बाणी नाम देव जियो की। एक ओंकार सतगुर प्रसाद। देवा पाहन तारी हले राम कहत जन कस न तरे। रहाओ तारी ले गन का बिन रूप कुबजा ब्याद अजामल तारी हले। चरण बदक जन तेऊ मुक्त भय हाँ बल बल जिन राम कहे। दासी सुत जन बिदर सुदामा उग्र सैन को राज दिए। जपहीन तपहीन कुलहीन क्रमहीन नामी के स्वामी तेऊ तरे। वाहिगुरु जी का खालसा वाहिगुरु जी की फतेह। परम सत्कारयोग सतगुरां दी साजी निवाजी साध संगत जीओ। ये पावन शब्द जिसका पाठ आप जी ने श्रवण किया है, ये पूजनीक भगत नामदेव जी दे मुखारबिंद तो उच्चारण किया होए। राग गौड़ी है अते गौड़ी राग की किस्म चेती है। भगत जी इस पवित्र शब्द दे अंदर कुछ उन्हां व्यक्तियां दे जिक्र करते हैं जिन्हां ने परमेश्वर का नाम जपे। गल है नाम जपण की महिमा। श्री गुरु ग्रंथ साहिब जी के अंदर इन्हां सारे ही भगतां दे नाम तथा नाम जपण वालियां दे नाम बहुत बारी आए हैं। ये वखरी गल है कि अज साडी संकीर्णता जिहड़ी है वो अंब नहीं खांदी बूटे गिन लग पैंदी। साडे बहुत सारे वीर प्रचारक ये समझण तो असमर्थ रह जाते हैं कि भगत जी ने सारे हवाले क्यों दिते हैं। पहली गल तो जिसनों जिस गल का पूर्ण ज्ञान हुंदा है उहदे ज्ञान विचों वो गल्लां उभर के आउंदियां। भगत जी का असल भाव परमात्मा की भगती ते सिमरन नूं उजागर करना। जिवें धन गुरु तेग बहादुर जी भी फरमांदे ने, हर को नाम सदा सुखदाई जाको सिमर अजामल उदरे गन का हूँ गत पाई। पंचाली को राज सभा में राम नाम सुध आई ताको दुख हरियो करुणा में अपनी पैज बढ़ाई। जे नर जस कृपा निध गायो ताको भयो सहाई। कहो नानक में यही भरोसा गही आन शरनाई। आम तौर ते ये साडा तरीका है समझाउण दा। जे किसी अपने पुत्र धी बच्चे नूं समझाउणा होवे असीं कुछ हवाले दे के समझाउने, कोई साखी सुना दिंदे आ जिहदा मतलब ये हुंदा कि इहनूं प्रेरणा मिले। और साखी दे आखरी अर्थ भी इहो ही ने जिसनूं सुन के सानूं सिੱਖਿਆ मिले। बाणी विच पातशाह ने लिखिया, सुन साखी मन जप प्यार। हे मन, ये सिੱਖਿਆ सुन के तू भी प्यार नाल परमात्मा का नाम जपिया कर। हुण राग गौड़ी चेती बाणी नाम देव जियो की। जदों मैं सिरलेख पढ़दा हाँ मेरा सिर झुक जाता है। धन धन गुरु अर्जन देव जी महाराज जिन्हां ने गुरु ग्रंथ साहिब की संपादना करन वेले बड़ी योग थां ते भगतां नूं अस्थान दिता। और जे असीं इसकी गहराई विच जाइए
ਤੇ ਉਹ ਭਗਤ ਜਿਨ੍ਹਾਂ ਨੂੰ ਸਮੇਂ ਦੇ ਸਮਾਜ ਨੇ, ਉੱਚ ਜਾਤੀ ਦੇ ਅਭਿਮਾਨੀਆਂ ਨੇ, ਬ੍ਰਾਹਮਣਾਂ ਨੇ ਤਥਾ ਧਰਮ ਦੇ ਠੇਕੇਦਾਰਾਂ ਨੇ ਉਹ ਸਤਿਕਾਰ ਨਹੀਂ ਦਿੱਤਾ। ਉਹਨਾਂ ਨੂੰ ਮੰਦਰਾਂ ਵਿੱਚ ਵੜ ਕੇ ਪੂਜਾ ਕਰਨ ਦੇ ਹੱਕ ਵੀ ਖੋਹ ਲਏ। ਪਰ ਧੰਨ ਹਨ ਸਤਿਗੁਰੂ ਜਿਨ੍ਹਾਂ ਨੇ ਇਹ ਨਹੀਂ ਵੇਖਿਆ ਕਿ ਨਾਮਦੇਵ ਜੀ ਕੌਣ ਹਨ, ਕਬੀਰ ਜੀ ਕੌਣ ਹਨ, ਬਲਕਿ ਇਹ ਲਿਖਿਆ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਤਨਨਾ ਭੁਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਰਾਹਰਾ ਭਇਓ ਗੁਨੀ ਗਹੀਰਾ, ਰਬਦਾਸ ਟਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਏ। ਕਿਸੇ ਗੁਰੂ ਸਾਹਿਬਾਨ ਨਾਲ ਭਾਵੇਂ ਜੀਓ ਲਿਖਿਆ ਜਾਂ ਨਹੀਂ, ਪਰ ਭਗਤ ਜਨਾਂ ਦਾ ਇਤਨਾ ਆਦਰ ਹੈ ਕਿ ਬਾਣੀ ਨਾਮ ਦਿਓ ਜੀਓ ਕੀ। ਹੁਣ ਨਾਮਦੇਵ ਜੀ ਦੀ ਬਾਣੀ ਉਚਾਰਨ ਵਰਣਨ ਕੀਤੀ ਹੈ ਤੇ ਭਗਤ ਨਾਮਦੇਵ ਜੀ ਕੀ ਕਹਿੰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਮਿਲਦਾ। ਦੇਵਾ ਪਾਹਨ ਤਾਰੀ ਹਲੇ। ਹੁਣ ਜਿਹੜਾ ਦੇਵਾ ਸ਼ਬਦ ਹੈ ਇਹ ਦੇਵਤਿਆਂ ਦੇ ਦੇਵਤੇ ਪ੍ਰਕਾਸ਼ ਰੂਪ ਪਰਮਾਤਮਾ ਲਈ। ਹੇ ਪ੍ਰਭੂ, ਤੁਸੀਂ ਕਿਤਨੇ ਦਿਆਲੂ ਹੋ, ਤੁਸੀਂ ਕਿਤਨੇ ਕਿਰਪਾਲੂ ਹੋ। ਤੁਹਾਡੇ ਘਰ ਵਿੱਚ ਕਿਸੇ ਦੀ ਜ਼ਾਤ ਨਹੀਂ ਦੇਖੀ ਗਈ, ਤੁਹਾਡੇ ਘਰ ਵਿੱਚ ਕਿਸੇ ਦਾ ਤਪ ਨਹੀਂ ਦੇਖਿਆ, ਕਿਸੇ ਦੇ ਕਰਮ ਨਹੀਂ ਦੇਖੇ, ਕਿਸੇ ਦੀ ਕੁਲ ਨਹੀਂ ਦੇਖੀ। ਤੁਸੀਂ ਤਾਂ ਪ੍ਰੇਮਾ ਭਗਤੀ ਦੇ ਭੁੱਖੇ ਹੋ। ਇਸੇ ਲਈ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਕਲਗੀਆਂ ਵਾਲੇ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆ ਦੇ ਲੋਕੋ, ਉਹ ਕਿਸੇ ਪਖੰਡ ਤੇ ਨਹੀਂ ਜੇ ਰੀਝਦਾ, ਉਹ ਕਿਸੇ ਦੀ ਉੱਚੀ ਜ਼ਾਤ ਤੇ ਨਹੀਂ ਰੀਝਦਾ। ਸਾਚ ਕਹੂੰ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਗੱਲ ਇੱਥੋਂ ਸ਼ੁਰੂ ਕੀਤੀ ਹੈ। ਦੇਵਾ ਪਾਹਨ ਤਾਰੀ ਹਲੇ। ਹੇ ਪ੍ਰਕਾਸ਼ ਰੂਪ ਪਰਮਾਤਮਾ, ਤੁਸੀਂ ਤਾਂ ਪੱਥਰ ਵੀ ਤਾਰ ਦਿੱਤੇ। ਹੁਣ ਇਹ ਕਥਾ ਕੋਈ ਲੁਕੀ ਛਿਪੀ ਨਹੀਂ, ਸਾਰੇ ਸਨਾਤਨ ਮਤ ਵਿੱਚ ਮੰਨਣ ਵਾਲੇ ਵੀਰ ਭੈਣਾਂ ਸਭ ਜਾਣਦੇ ਨੇ ਤੇ ਸਾਡਾ ਫਰਜ਼ ਵੀ ਹੈ ਉਸ ਤੋਂ ਪ੍ਰੇਰਨਾ ਲੈਣੀ। ਗੱਲ ਕਿਸੇ ਦੇ ਮੰਨਣ ਨਾ ਮੰਨਣ ਦੀ ਨਹੀਂ, ਇਹ ਸਾਖੀ ਤਾਂ ਸਾਰੇ ਜਾਣਦੇ ਨੇ ਕਿ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਲੰਕਾ ਤੇ ਚੜ੍ਹਾਈ ਕੀਤੀ ਤੇ ਲੰਕਾ ਤੱਕ ਪਹੁੰਚਣ ਵਾਸਤੇ ਪੁਲ ਤਿਆਰ ਕਰਨਾ ਸੀ। ਹੁਣ ਪੁਲ ਤਿਆਰ ਕਰਨ ਵਾਸਤੇ ਜੋ ਕਥਾ ਅਸੀਂ ਸੁਣਦੇ ਸੁਣਾਉਂਦੇ ਪੜ੍ਹਦੇ ਪੜ੍ਹਾਉਂਦੇ ਹਾਂ ਕਿ ਸ਼੍ਰੀ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਰਾਮ ਦਾ ਨਾਮ ਲਿਖਿਆ ਤੇ ਉਹ ਪੱਥਰ ਪਾਣੀ ਤੇ ਤਰਨ ਲੱਗ ਪਏ। ਹੁਣ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਅਸ਼ਰਦਕ ਨੇ, ਉਹਨਾਂ ਲਈ ਕੋਈ ਗੱਲ ਨਹੀਂ ਦਲੀਲ ਦਿੱਤੀ, ਪਰ ਇਹ ਗੱਲ ਬੜੀ ਪ੍ਰਸਿੱਧ ਤੇ ਪ੍ਰਚਲਿਤ ਹੈ। ਤੋ ਭਗਤ ਨਾਮਦੇਵ ਜੀ ਨੇ ਇੱਥੋਂ ਹੀ ਆਰੰਭ ਕੀਤਾ। ਦੇਵਾ ਪਾਹਨ ਤਾਰੀ ਹਲੇ। ਹੇ ਪ੍ਰਕਾਸ਼ ਰੂਪ ਪਰਮਾਤਮਾ, ਤੁਹਾਡੇ ਨਾਮ ਦੀ ਛੋਹ ਪ੍ਰਾਪਤ ਕਰਕੇ ਪੱਥਰ ਵੀ ਤਰ ਗਏ। ਇਸ ਗੱਲ ਤੋਂ ਕੌਣ ਇਨਕਾਰੀ ਹੋਵੇਗਾ, ਕੌਣ ਮੁਨਕਰ ਹੋਵੇਗਾ। ਰਾਮ ਕਹਿਤ ਜਨ ਕਸ ਨ ਤਰੇ। ਤੇ ਰਾਮ ਦਾ ਨਾਮ ਜਪਣ ਕਰਕੇ ਜਨ ਸੇਵਕ ਕਸ ਨ ਤਰੇ। ਕਿਉਂ ਨਹੀਂ ਤਰਨਗੇ? ਪੱਥਰ ਤਰ ਸਕਦੇ ਨੇ ਰਾਮ ਦਾ ਨਾਮ ਲਿਖਣ ਕਰਕੇ, ਤੇ ਜਪਣ ਵਾਲੇ ਕਿਉਂ ਨਹੀਂ ਤਰਨਗੇ? ਇਹ ਸ਼ਬਦ ਦੀ ਰਹਾਉ ਦੀ ਪੰਕਤੀ, ਇਹਨੂੰ ਕਿਤਨੀ ਵਾਰ ਪੜੋ, ਪਿਆਰ ਨਾਲ ਭਿੱਜ ਕੇ ਪੜੋ। ਦੇਵਾ ਪਾਹਨ ਤਾਰੀ ਹਲੇ, ਰਾਮ ਕਹਿਤ ਜਨ ਕਸ ਨ ਤਰੇ। ਰਹਾਉ। ਹੁਣ ਅੱਗੇ ਸਾਖੀਆਂ ਦੀ ਇੱਕ ਲੜੀ ਸ਼ੁਰੂ ਹੋ ਜਾਂਦੀ। ਇਹ ਵੱਖਰੀ ਗੱਲ ਹੈ ਕਿ ਕਿਸੇ ਨੂੰ ਸਾਖੀ ਆਉਂਦੀ ਹੈ ਜਾਂ ਨਹੀਂ ਆਉਂਦੀ, ਪਰ ਉਸ ਸਾਖੀ ਨੂੰ ਦੱਸਣਾ ਤੇ ਪਏਗਾ। ਤਾਰੀ ਲੈ ਗਨ ਕਾ।
ਇਹ ਜਿਹੜਾ ਗਨਕਾ ਸ਼ਬਦ ਹੈ, ਇਹਦੇ ਮਹਾਨ ਕੋਸ਼ ਵਿੱਚ ਅਰਥ ਲਿਖੇ ਨੇ ਗਨਕਾ, ਜੋ ਬਹੁਤਿਆਂ ਦੀ ਇਸਤਰੀ ਹੋਵੇ। ਹੁਣ ਤੁਸੀਂ ਸਮਝਣ 'ਚ ਦੇਰੀ ਨਹੀਂ ਲੱਗੇਗੀ, ਜੋ ਸਰੀਰਕ ਸੰਬੰਧ ਬਹੁਤੇ ਪੁਰਸ਼ਾਂ ਨਾਲ ਕਰੇ ਉਹਨੂੰ ਗਨਕਾ ਵੇਸਵਾ ਕਿਹਾ ਜਾਂਦਾ। ਕਈ ਵਿਦਵਾਨ ਕਹਿੰਦੇ ਨੇ ਉਸਦਾ ਨਾਮ ਹੀ ਗਨਕਾ ਸੀ। ਚਲੋ ਅਸੀਂ ਇਸ ਬਹਿਸ ਵਿੱਚ ਵੀ ਨਹੀਂ ਪੈਂਦੇ, ਪਰ ਇਹ ਸਾਖੀ ਤਾਂ ਪ੍ਰਚਲਿਤ ਹੈ ਨਾ ਕਿ ਗਨਕਾ ਪਾਪਣ ਹੋਏ ਕਹੇ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤ ਸਤੋਤਾ, ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸਹੋਤਾ। ਲਿਵ ਲੱਗੀ ਤਿਸ ਤੋਤਿਓ, ਨਿਤ ਪੜਾਏ ਕਰੇ ਅਸੋਤਾ। ਹੁਣ ਇਹ ਸਾਰੀ ਸਾਖੀ ਸਾਨੂੰ ਇਹ ਮੱਤ ਦਿੰਦੀ ਬਈ ਕਿਸ ਤਰ੍ਹਾਂ ਇੱਕ ਮਹਾਤਮਾ ਗਲੀ ਵਿੱਚੋਂ ਲੰਘ ਰਹੇ ਸਨ, ਬਰਖਾ ਹੋਣ ਲੱਗ ਪਈ। ਉਹਨਾਂ ਨੇ ਮੀਂਹ ਤੋਂ ਭਿੱਜਣ ਤੋਂ ਬਚਣ ਵਾਸਤੇ ਜਿਹੜੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਉੱਥੇ ਰੁਕੇ। ਕਈ ਵਾਰੀ ਅਸੀਂ ਵੀ ਰੁਕ ਜਾਂਦੇ ਹਾਂ। ਇਹ ਨਹੀਂ ਪੜਤਾਲਿਆ ਜਾਂਦਾ ਕਿ ਘਰ ਕਿਸ ਦਾ ਹੈ। ਸਾਡਾ ਮਕਸਦ ਤੇ ਮੀਂਹ ਤੋਂ ਬਚਣਾ ਹੈ, ਪਰ ਉਹ ਘਰ ਸੀ ਵੇਸਵਾ ਦਾ। ਮਹਾਤਮਾ ਕੁਝ ਦੇਰ ਖੜੇ ਰਹੇ, ਜਦੋਂ ਮੀਂਹ ਹਟਣ ਲੱਗਾ ਤੇ ਤੁਰਨ ਲੱਗੇ। ਗਨਕਾ ਦੇ ਭਾਗ ਜਾ ਕੇ ਉਹ ਦੌੜ ਕੇ ਆਈ, ਚਰਨਾਂ ਤੇ ਟਹਿ ਪਈ। ਮਹਾਰਾਜ, ਮੇਰੇ ਘਰ ਦਾ ਦਰਵਾਜ਼ਾ ਕਦੇ ਕਿਸੇ ਚੰਗੀ ਭਾਵਨਾ ਵਾਲੇ ਪੁਰਸ਼ ਨੇ ਨਹੀਂ ਟੱਪਿਆ। ਅੱਜ ਤੁਹਾਨੂੰ ਪਰਮਾਤਮਾ ਲਿਆਇਆ ਹੈ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਸ ਨਰਕੀ ਜੀਵਨ ਤੋਂ ਛੁਟਕਾਰਾ ਦਿਓ। ਤੇ ਉਹਨਾਂ ਨੇ ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸਹੋਤਾ। ਲਿਵ ਲੱਗੀ ਤਿਸ ਤੋਤਿਓ, ਨਿਤ ਪੜਾਏ ਕਰੇ ਅਸੋਤਾ। ਲੰਬੀ ਗਾਥਾ ਨਾ ਕਰੀਏ। ਇੱਕ ਦਿਨ ਰਾਤ ਨੂੰ ਉਸ ਤੋਤੇ ਨੂੰ ਸੱਪ ਨੇ ਡੰਗ ਲਿਆ। ਵੇਸਵਾ ਆਪਣੇ ਰੋਜ਼ ਦੇ ਨਿਯਮ ਮੁਤਾਬਕ ਉੱਠੀ, ਆਖਿਆ ਬੋਲ ਗੰਗਾ ਰਾਮਾ ਰਾਮ ਰਾਮ। ਅੱਜ ਗੰਗਾ ਰਾਮ ਬੋਲਿਆ ਨਹੀਂ। ਉਸ ਨੇ ਜਦੋਂ ਤਾਕੀ ਖੋਲੀ, ਕਹਿ ਰਹੀ ਸੀ ਰਾਮ ਰਾਮ, ਸੱਪ ਨੇ ਉਹਨੂੰ ਵੀ ਡੰਗ ਮਾਰਿਆ। ਤੋ ਗਈ ਬੈਕੁੰਠ ਬਿਬਾਣ ਚੜ, ਨਰਕੇ ਵਿੱਚ ਨਾ ਖਾਧੋ ਸਗੋਤਾ। ਤਾਰੀ ਲੈ ਗਨਕਾ, ਉਸ ਗਨਕਾ ਨੂੰ ਵੀ ਤੁਸੀਂ ਤਾਰ ਦਿੱਤਾ। ਬਿਨ ਰੂਪ ਕੁਬਜਾ। ਹੁਣ ਇਹਦੇ ਨਾਲ ਜਿਹੜੀ ਸਾਖੀ ਹੈ ਉਹਨੂੰ ਟੱਚ ਤੇ ਕਰਨਾ ਪਵੇਗਾ। ਕੁਬਜਾ ਕੌਣ ਸੀ? ਇਹਦਾ ਪੂਰਾ ਨਾਮ ਕੀ ਸੀ? ਕਹਿੰਦੇ ਨੇ ਕੰਸ ਮਥੁਰਾ ਦਾ ਰਾਜਾ ਸੀ, ਰਿਸ਼ਤੇ ਵਿੱਚ ਕ੍ਰਿਸ਼ਨ ਜੀ ਦਾ ਮਾਮਾ ਲੱਗਦਾ ਸੀ। ਇਸ ਨੇ ਆਪਣੇ ਪਿਤਾ ਉਗਰਸੈਨ ਨੂੰ ਰਾਜ ਗੱਦੀ ਤੋਂ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਆਪ ਰਾਜ ਕਰਨ ਲੱਗ ਪਏ। ਇਹ ਜਿਹੜੀ ਕੁਬਜਾ ਸੀ, ਕੁੱਬੀ ਹੋਣ ਕਰਕੇ ਇਹਨੂੰ ਕੁਬਜਾ ਕਹਿੰਦੇ ਸਨ। ਇਹ ਕੰਸ ਦੀ ਗੋਲੀ ਸੀ, ਉਹਦੇ ਲਈ ਰੋਜ਼ ਸੁਗੰਧੀ ਵਾਲੀਆਂ ਚੀਜ਼ਾਂ ਲੈ ਕੇ ਜਾਇਆ ਕਰਦੀ ਸੀ। ਪਰ ਇੱਕ ਦਿਨ ਜਦੋਂ ਉਹ ਜਾ ਰਹੀ ਸੀ, ਅੱਗੋਂ ਸ੍ਰੀ ਕ੍ਰਿਸ਼ਨ ਜੀ ਮਿਲੇ। ਕਹਿੰਦੇ ਨੇ ਉਸ ਨੇ ਕ੍ਰਿਸ਼ਨ ਜੀ ਨੂੰ ਉਹ ਸੁਗੰਧੀ ਭੇਟ ਕੀਤੀ, ਜਾਂ ਉਹਨਾਂ ਨੇ ਮੰਗੀ, ਜਾਂ ਜਿਵੇਂ ਵੀ ਲਈ, ਕਾਰਨ ਬਣਿਆ। ਸ੍ਰੀ ਕ੍ਰਿਸ਼ਨ ਜੀ ਨੇ ਪ੍ਰਸੰਨ ਹੋ ਕੇ ਉਸ ਦਾ ਕੁੱਬ ਕੱਢ ਦਿੱਤਾ। ਉਹ ਹੁਣ ਖੂਬਸੂਰਤ ਕੁਮਾਰੀ ਬਣ ਗਈ। ਤੂੰ ਗੱਲ ਕੀ, ਤੁਸੀਂ ਉਹਨੂੰ ਵੀ ਤਾਰ ਦਿੱਤਾ। ਵਿਆਦ ਅਜਾਮਲ ਤਾਰੀਅਲੇ। ਹੁਣ ਸ਼ਬਦ ਵਿਆਦ ਦਾ ਅਰਥ ਸ਼ਿਕਾਰੀ ਹੈ, ਪਰ ਸ਼ਿਕਾਰੀ ਨੂੰ ਕਿਵੇਂ ਤਾਰਿਆ? ਹੁਣ ਇਹ ਵੀ ਸਾਖੀ ਆਉਂਦੀ ਹੈ ਕਿ ਜਾਏ ਸੁਤਾ ਪਰਵਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ। ਹੁਣ ਇਹ ਲੰਬੀ ਸਾਖੀ ਹੈ, ਕਿਸ ਤਰ੍ਹਾਂ ਯਾਦਵਾਂ ਦੀ ਆਪਸ ਵਿੱਚ ਲੜਾਈ ਹੋਈ, ਮਾਰੇ ਗਏ। ਸ਼੍ਰੀ ਕ੍ਰਿਸ਼ਨ ਜੀ ਉਦਾਸ ਹੋ ਕੇ ਜੰਗਲ ਵਿੱਚ ਚਲੇ ਗਏ, ਔਰ ਗੋਡੇ ਉੱਤੇ ਪੈਰ ਧਰ ਕੇ ਲੇਟੇ ਹੋਏ ਸਨ। ਉਧਰੋਂ ਸ਼ਿਕਾਰੀ ਆਇਆ। ਉਸ ਨੇ ਦੇਖਿਆ ਕਿ ਸ਼੍ਰੀ ਕ੍ਰਿਸ਼ਨ ਜੀ ਦੇ ਚਰਨ ਵਿੱਚ, ਕਹਿੰਦੇ ਨੇ
ਪਦਮ ਦਾ ਨਿਸ਼ਾਨ ਸੀ। ਹੁਣ ਉਹਨੇ ਸਮਝਿਆ ਕਿ ਹਿਰਨ ਦੀ ਅੱਖ ਹੈ, ਉਹਨੇ ਤੀਰ ਮਾਰ ਦਿੱਤਾ। ਇਹ ਲੰਬੀ ਸਾਖੀ ਹੈ ਕਿ ਕਿਸ ਤਰ੍ਹਾਂ ਜਾਏ ਸੁਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ। ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਿਲਕੇ ਚੰਦਨ ਤਾਰੇ। ਆਇਆ ਬੱਧਕ ਭਾਲਦਾ, ਸ਼ਿਕਾਰੀ ਤੇ ਆਪਣੇ ਸ਼ਿਕਾਰ ਦੀ ਭਾਲ ਵਿੱਚ ਆਇਆ ਸੀ, ਪਰ ਉਸ ਨੂੰ ਲੱਗਿਆ ਕਿ ਜਿਵੇਂ ਹਿਰਨ ਦੀ ਅੱਖ ਚਮਕ ਰਹੀ ਹੈ। ਉਸਨੇ ਤੀਰ ਮਾਰਿਆ। ਜਦੋਂ ਤੀਰ ਮਾਰਨ ਤੋਂ ਬਾਅਦ ਆਪਣੇ ਸ਼ਿਕਾਰ ਕੋਲ ਪਹੁੰਚਿਆ ਤੇ ਕੀ ਦੇਖਿਆ? ਸ਼੍ਰੀ ਕ੍ਰਿਸ਼ਨ ਜੀ ਦੇ ਚਰਨ ਵਿੱਚ ਤੀਰ ਵੱਜਾ। ਪਛਤਾਇਆ, ਪਰ ਸ਼੍ਰੀ ਕ੍ਰਿਸ਼ਨ ਜੀ ਨੇ ਉਹਦੀ ਭਾਵਨਾ ਨੂੰ ਸਮਝ ਕੇ ਉਹਨੂੰ ਗਲ ਵਿੱਚ ਲਿਆ, ਪਿਆਰ ਕੀਤਾ ਤੇ ਉਹਦਾ ਵੀ ਪਾਰ ਨਿਸਤਾਰਾ ਕੀਤਾ। ਫਿਰ ਅਜਾਮਲ ਤਾਰੀ ਨੇ। ਅਜਾਮਲ ਵੀ ਇੱਕ ਬੜਾ ਵਿਦਵਾਨ ਪੰਡਤ ਸੀ, ਵਿਦਵਾਨ ਪੰਡਤ ਦਾ ਪੁੱਤਰ ਸੀ ਔਰ ਬੜੇ ਅੱਛੇ ਰਿਸ਼ੀ ਮਹਾਤਮਾ ਦੇ ਕੋਲ ਪੜ੍ਹਿਆ ਸੀ, ਪਰ ਭੈੜੀ ਸੰਗਤ ਵਿੱਚ ਪੈ ਕੇ ਵੇਸਵਾ ਦੇ ਕੋਠੇ ਜਾਣ ਲੱਗੇ। ਉਸ ਨੂੰ ਜਿਸ ਤਰੀਕੇ ਨਾਲ ਤਾਰਿਆ ਉਹ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਹੁਣ ਉਸ ਅਜਾ ਮਲ ਦਾ ਪਿਤਾ ਤੇ ਪੂਰਾ ਹੋ ਗਿਆ, ਸੁਰਗਵਾਸ ਹੋ ਗਿਆ। ਰਾਜੇ ਨੇ ਵਿਦਵਾਨ ਜਾਣ ਕੇ ਆਪਣਾ ਰਾਜ ਪੰਡਿਤ ਰੱਖ ਲਿਆ, ਪਰ ਜਦੋਂ ਰਾਜੇ ਨੂੰ ਪਤਾ ਲੱਗਾ ਕਿ ਰਾਜ ਪੰਡਿਤ ਵੇਸਵਾ ਦੇ ਚੁਬਾਰੇ ਤੇ ਜਾਂਦਾ, ਉਹਨੇ ਸਣੇ ਵੇਸਵਾ ਦੇਸ਼ ਨਿਕਾਲਾ ਦੇ ਦਿੱਤਾ। ਹੁਣ ਇੱਕ ਸਾਖੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕੀਤਾ। ਜੇ ਹੁਣ ਇੱਕ ਸਾਖੀ ਦਾ ਉਹ ਸਾਰਾ ਪ੍ਰਸੰਗ ਸੁਣਾਇਆ ਜਾਏ ਤੇ ਬੜਾ ਸਮਾਂ ਚਾਹੀਦਾ, ਪਰ ਉਸ ਅਜਾ ਮਲ ਦੇ ਘਰ ਵੇਸਵਾ ਦੀ ਕੁੱਖੋਂ 7 ਬੱਚਿਆਂ ਨੇ ਜਨਮ ਲਿਆ। ਕਹਿੰਦੇ ਜਦੋਂ 7ਵੇਂ ਦਾ ਨਾਮ ਰੱਖਣਾ ਸੀ, ਕੁਦਰਤੀ ਮਹਾਤਮਾ ਆ ਗਏ ਜਾਂ ਮਹਾਤਮਾ ਨੂੰ ਜਾ ਕੇ ਅਜਾਮਲ ਨੇ ਬੇਨਤੀ ਕੀਤੀ। ਉਹਨਾਂ ਨੇ ਸੋਚ ਕੇ ਕਿ ਇਹਨੇ ਕੋਈ ਚੰਗਾ ਕੰਮ ਨਹੀਂ ਕੀਤਾ, ਉਹਦੇ ਪੁੱਤਰ ਦਾ ਨਾਮ ਨਾਰਾਇਣ ਰੱਖ ਦਿੱਤਾ। ਤੇ ਜਦੋਂ ਉਹਦਾ ਅੰਤ ਸਮਾਂ ਆਇਆ, ਕਹਿੰਦੇ ਨੇ ਗ੍ਰਸਤੀ ਨੂੰ ਛੋਟੀ ਸੰਤਾਨ ਨਾਲ ਬੜਾ ਪਿਆਰ ਹੁੰਦਾ, ਉਹ ਨਾਰਾਇਣ ਨਾਰਾਇਣ ਕਹਿ ਕੇ ਆਵਾਜ਼ਾਂ ਮਾਰਨ ਲੱਗ ਪਿਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਲਓ, ਇੱਕ ਲਾਈਨ ਵਿੱਚ ਕਿੰਨੀਆਂ ਸਾਖੀਆਂ ਆ ਗਈਆਂ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਬਿਆਦ ਅਜਾਮਲ ਤਾਰੀ ਅਲੇ, ਚਰਨ ਬਦਕ ਜਨ ਤੇਹੂ ਮੁਕਤ ਭਏ। ਆਖਿਆ ਜਿਨ੍ਹਾਂ ਨੇ ਤੁਹਾਡੇ ਚਰਨਾਂ ਵਿੱਚ ਤੀਰ ਮਾਰੇ ਉਹ ਵੀ ਤਰ ਗਏ, ਤੇਹੂ ਮੁਕਤ ਭਏ, ਉਹਨਾਂ ਨੂੰ ਵੀ ਤੁਸੀਂ ਜਨਮ ਮਰਨ ਤੋਂ ਬਚਾ ਲਿਆ। ਹਉ ਬਲ ਬਲ ਜਿਨ ਰਾਮ ਕਹੇ। ਹਉ ਨਾਮਦੇਵ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਮੈਂ ਬਲਿਹਾਰ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਤੁਹਾਡੇ ਨਾਮ ਦਾ ਸਿਮਰਨ ਕੀਤਾ। ਗੱਲ ਸਿਮਰਨ ਦੀ ਹੋ ਰਹੀ ਹੈ। ਇਹ ਨਹੀਂ ਕਿ ਭਗਤ ਜੀ ਕ੍ਰਿਸ਼ਨ ਜੀ ਨੂੰ ਮੰਨਦੇ ਨੇ ਕਿ ਰਾਮ ਜੀ ਨੂੰ ਮੰਨਦੇ ਨੇ, ਅਸੀਂ ਉੱਥੇ ਉਲਝਣ ਲੱਗ ਪਈਏ। ਨਹੀਂ ਨਹੀਂ, ਇਹ ਸਾਰੀਆਂ ਸਾਖੀਆਂ ਦਾ ਮਤਲਬ ਇਹ ਹੈ ਕਿ ਸਾਨੂੰ ਵੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਹਉ ਬਲ ਬਲ ਜਿਨ ਰਾਮ ਕਹੇ। ਫਿਰ ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਦਾਸੀ ਸੁਤ ਬਿਆਸ ਲਿਖੀ ਦੇ ਵਰ ਨਾਲ ਇੱਕ ਗੋਲੀ ਦੇ ਕੁੱਖੋਂ ਇਹ ਬਿਦਰ ਜੀ ਦਾ ਜਨਮ ਹੋਇਆ। ਇਹ ਬਹੁਤ ਵੱਡੇ ਭਗਤ ਸਨ ਔਰ ਕ੍ਰਿਸ਼ਨ ਜੀ ਇਹਨਾਂ ਦੇ ਘਰ ਜਾ ਕੇ ਰਹੇ। ਇਹ ਵੀ ਇੱਕ ਵੱਖਰੀ ਸਾਖੀ ਹੈ ਕਿ ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ। ਭੀਸ਼ਮ ਦ੍ਰੋਣਾ ਕਰਨ ਤਜ, ਸਭਾ ਚਿੰਗਾਰ ਬੜੇ ਮਾਨੁਖਾ, ਚੁੱਗੀ ਜਾਏ ਵਲਾਇਨ ਸਭਨਾ ਦੇ ਜੀ ਅੰਦਰ ਧੋਖਾ। ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨ ਦਿਸਈ ਮੇਰੇ ਨਾਈ ਅਪਦਾ ਦੁਖਾ।
ਭਾਉ ਜਵੇਹਾ ਬਿਦਰਦੇ, ਹੋਰੀ ਦੇ ਕਿਦ ਚਾਓ ਨ ਚੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਬਲਕਿ ਕਬੀਰ ਜੀ ਨੇ श्री कृष्ण जी के मुँह ये शब्द को है, राजन कौन तुम्हारे आवे, ऐसो भाव बिदर को देखे हो, ओ गरीब मोह भावे। हस्ती देख भरम ते भूला, श्री भगवान ना जानिया, तुमरो दूध बिदर को पानो, अमृत कर मैं मानिया। खीर समान साग में पाया, गुण गावत रहन बेहानी, कबीर को ठाकुर आनंद बिनोदी, जात न काहू की मानी। दासी सुत जन बिदर सुदामा। फिर सुदामा जी भी कृष्ण जी के बहुत बड़े भगत होए ने। विपर सुदामा दाल दी, बाल सखाई मित्र सदाए। संदीपन गुरु के कोल श्री कृष्ण जी ते सुदामा जी इकट्ठे विद्या पढ़ते सन, मित्र सन। पर कृष्ण जी राजे बन गए, पर सुदामा जी गरीबी की हालत में दिन कटते हैं। पर एक दिन अपनी पत्नी नूं कह बैठे, भाई तेनू पता है ये कृष्ण जी जो हैं ये मेरे बाल सखाई मित्र हैं, क्लास फैलो हैं, असी एक जमात च पढ़ते रहे गुरु को। कहते ब्राह्मणी ने कहा कमाल की गल है, तुहाडे मित्र कृष्ण जी राजे हैं ते साडे घर विच रोटी नहीं पकदी। ते ये गल सुन के भाई गुरदास जी ने लिखिया, बिप सुदामा दाल दी, बाल सखाई मित्र सदाए। लागू होई बामणी, मिल जगदीश दलिदर गवाए। वांदी भी चलो तुसी कृष्ण जी को जाओ, वो राजे हैं, तुहाडे मित्र हैं, साड़ी सहायता करनगे। लंबी साखी है। तो किस तरह कृष्ण जी ने सुदामा जी तो वो तंदुल लैके चपे और अपने मित्र की गरीबी नूं दूर किया। उहदे घर मंदिर सब मकान बनाते, सब चीज़ां देती। उग्रसैन को राज दिए, वो उग्रसैन जी जो रिश्ते में कृष्ण जी के नाना जी लगते सन, कंस के पिता सन। कंस ने अपने पिता उग्रसैन नूं राज गद्दी तो ला के जेल में पाता, आप राजा बन गया। पर श्री कृष्ण जी ने कंस नूं मार के उग्रसैन जी नूं राज दे दिता। गल की ये सारियां साखियां प्रेरणा करदियां हन। भाई जिन्हां जिन्हां ने परमात्मा का नाम जपिया, उन्हां दी परमात्मा ने लाज रखी। ते नामदेव जी कहते ने जपहीन, तपहीन, कुलहीन, क्रमहीन। आख्या जिन्हां ने कोई विशेष तप नहीं किया, जप नहीं किया, उन्हां दी कुल भी बहुत उच्ची नहीं, कोई चंगे कर्म भी नहीं कीते, उन्हां नूं तुसीं तार दिता। ते नामे के स्वामी ते उतरे। नामदेव जी दे जिहड़े मालक परमेश्वर जी ने वो मैनू क्यों नहीं तारनगे। कहने का मतलब हौं बल बल जिन राम कहे। आख्या मैं उन्होंने तो बलिहार जांदा जिन्हां ने राम का नाम जपिया। भाई सानू सब नू भगत नामदेव जी प्रेरणा कर रहे ने, जे ये लोग तर गए, तुसी भी नाम जपिया करो, तुसी भी सिमरिया करो। गुरु तेग बहादुर जी भी कहते प्यारे हो, जे नर जस कृपा नित गायो, ताको भयो सहाई। कहो नानक मैं यही भरोसे, गही आन शरनाई। वाहिगुरु जी का खालसा, वाहिगुरु जी की फतेह।